ਹੀ ਦੋਸਤਾਂ ਨੂੰ GNDS ਅਕੈਡਮੀ ਚੈਨਲ ਵੱਲੋਂ ਸਤਿ ਸ਼੍ਰੀ ਅਕਾਲ। ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਆਪਣਾ ਅਗਲਾ ਟੌਪਿਕ, ਜਿਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਜੇਕਰ ਤੁਸੀਂ ਹਜੇ ਤੱਕ ਸਾਡਾ ਚੈਨਲ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ। ਤੁਹਾਡਾ ਇਹੀ ਸਹਿਯੋਗ ਸਾਡੀ ਜਿਹੜੀ ਹੌਸਲਾ ਅਫਜ਼ਾਈ ਕਰਦਾ ਹੈ, ਸਾਨੂੰ ਅੱਗੇ ਕੰਮ ਕਰਨ ਦੇ ਲਈ ਜਿਹੜਾ ਹੈਗਾ ਹੌਸਲਾ ਦਿੰਦਾ ਹੈ। ਸੋ ਪਲੀਜ਼ ਤੁਹਾਨੂੰ ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਅਤੇ ਸ਼ੇਅਰ ਕਰਿਆ ਕਰੋ, ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀਡੀਓਜ਼ ਬਣਾਉਂਦੇ ਰਹੀਏ ਅਤੇ ਸਾਡਾ ਜਿਹੜਾ ਹੌਸਲਾ ਹੈ ਉਹ ਵੱਧਦਾ ਰਹੇ। ਸੋ ਬਿਨਾਂ ਕਿਸੇ ਦੇਰੀ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣਾ ਅੱਜ ਦਾ ਟੌਪਿਕ, ਜਿਸ ਦਾ ਨਾਮ ਹੈ ਨਿਊ ਕਿੰਗਸ ਐਂਡ ਕਿੰਗਡਮਸ, ਨਵੇਂ ਰਾਜ ਅਤੇ ਰਾਜੇ। 700 ਈਸਵੀ ਤੋਂ ਲੈ ਕੇ 1200 ਈਸਵੀ ਦਾ ਟੌਪਿਕ ਹੈ। ਇਹ ਜਿਹੜੇ MCQ ਆ ਤੁਹਾਡੇ ਮਾਸਟਰ ਕੇਡਰ ਦੇ ਲਈ ਅਤੇ ਹੋਰ ਕੰਪੀਟੇਟਿਵ ਐਗਜ਼ਾਮ ਦੇ ਲਈ ਬਹੁਤ ਹੀ ਮੋਸਟ ਇੰਪੋਰਟੈਂਟ ਹੈ। ਇੱਥੋਂ ਤੱਕ ਕਿ ਤੁਸੀਂ UPSC ਦੇ ਐਗਜ਼ਾਮ ਦੇ ਵਿੱਚ ਵੀ ਇਹਨਾਂ ਕੁਐਸਚਨਾਂ ਨੂੰ ਦੇਖੋਗੇ ਅਤੇ ਦੇਖਿਆ ਹੋਵੇਗਾ। ਸੋ ਆਪਾਂ ਬਿਨਾਂ ਕਿਸੇ ਦੇਰੀ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ, ਨਵੇਂ ਰਾਜ ਅਤੇ ਰਾਜੇ। 700 ਈਸਵੀ ਤੋਂ ਲੈ ਕੇ 1200 ਈਸਵੀ ਤੱਕ ਦੇ ਮੋਸਟ ਇੰਪੋਰਟੈਂਟ 45 ਕੁਐਸਚਨ ਦੀ ਇਹ ਸੀਰੀਜ਼। ਸੋ ਪਹਿਲਾ ਕੁਐਸਚਨ ਹੈ ਜੀ ਆਪਣਾ, 712 ਈਸਵੀ ਵਿੱਚ ਸਿੰਧ ਅਤੇ ਅਰਬਾਂ ਦੇ ਹਮਲੇ ਸਮੇਂ ਉੱਥੋਂ ਦਾ ਸ਼ਾਸਕ ਕੌਣ ਸੀ? ਸਿੰਧ 'ਤੇ ਜਿਹੜੇ ਹੈਗੇ ਅਰਬਾਂ ਨੇ ਅਟੈਕ ਕੀਤਾ 712 ਈਸਵੀ 'ਚ, ਤਾਂ ਉਦੋਂ ਸਿੰਧ ਦਾ ਸ਼ਾਸਕ ਪੁੱਛਿਆ ਆਪਾਂ ਤੋਂ। ਆਪਸ਼ਨ ਹੈ ਜੀ ਰਾਜਵਰਧਨ, B ਦਾਹਿਰ ਯਾਰ, C ਦਾਹਿਰ, D ਰਾਇਸਾਸੀ। ਸਹੀ ਉੱਤਰ ਹੈ ਜੀ ਆਪਸ਼ਨ C ਦਾਹਿਰ, ਜਿਹੜਾ ਹੈਗਾ ਸਿੰਧ ਦਾ ਸ਼ਾਸਕ ਸੀ। ਅਗਲਾ ਪ੍ਰਸ਼ਨ ਹੈ ਜੀ, ਦਿੱਲਿਕਾ ਦੀ ਸਥਾਪਨਾ ਕਿਸ ਨੇ ਕੀਤੀ? A ਚੌਹਾਨਾਂ ਨੇ, B ਕਨਿਸ਼ਕ ਨੇ, C ਪ੍ਰਤੀਹਾਰਾਂ ਨੇ, D ਤੋਮਰਾਂ ਨੇ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ D ਤੋਮਰਾਂ ਨੇ ਜਿਹੜੀ ਹੈਗੀ ਹੈ ਦਿੱਲਿਕਾ ਦੀ ਸਥਾਪਨਾ ਕੀਤੀ ਹੈ। ਦਿੱਲਿਕਾ ਜਿਹੜਾ ਹੈਗਾ ਉਹ ਦਿੱਲੀ ਨੂੰ ਕਿਹਾ ਗਿਆ, ਠੀਕ ਹੈ ਜੀ। ਦਿੱਲਿਕਾ ਜਿਹੜਾ ਹੈਗਾ ਉਹ ਦਿੱਲੀ ਨੂੰ ਕਿਹਾ ਗਿਆ, ਇਹ ਧਿਆਨ 'ਚ ਰੱਖਿਓ। ਦਿੱਲਿਕਾ ਦਿੱਲੀ ਦਾ ਨਾਮ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਵਿਜੈ ਸਤੰਭ ਦਾ ਨਿਰਮਾਣ ਕਿਹੜੇ ਰਾਜੇ ਨੇ ਕਰਵਾਇਆ? A ਰਾਣਾ ਸਾਂਗਾ, B ਰਾਣਾ ਕੁੰਭ, C ਰਾਣਾ ਪ੍ਰਤਾਪ, D ਰਾਣਾ ਰਤਨ ਸਿੰਘ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ B ਰਾਣਾ ਕੁੰਭ ਨੇ ਜਿਹੜਾ ਹੈਗਾ ਵਿਜੈ ਸਤੰਭ ਬਣਾਇਆ। ਅਗਲਾ ਪ੍ਰਸ਼ਨ ਹੈ ਜੀ, ਹੇਠ ਲਿਖਿਆਂ ਵਿੱਚੋਂ ਭਾਰਤ 'ਤੇ ਪਹਿਲੀ ਵਾਰ ਹਮਲਾ ਕਿਸ ਨੇ ਕੀਤਾ? A ਅਫਗਾਨ, B ਤੁਰਕ, C ਮੰਗੋਲ, D ਅਰਬ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ D ਅਰਬ। ਅਰਬਾਂ ਨੇ ਭਾਰਤ 'ਤੇ ਪਹਿਲੀ ਵਾਰ ਹਮਲਾ ਕੀਤਾ ਹੈ ਇਹਨਾਂ ਆਪਸ਼ਨਾਂ ਦੇ ਵਿੱਚੋਂ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਪ੍ਰਿਥਵੀ ਰਾਜ ਰਾਸੋ ਦੀ ਰਚਨਾ ਕਿਸ ਨੇ ਕੀਤੀ? A ਭਵਭੂਤੀ, B ਚੰਦ ਬਰਦਾਈ, C ਬਾਣਭੱਟ, D ਜੈਦੇਵ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ B ਚੰਦ ਬਰਦਾਈ ਨੇ ਪ੍ਰਿਥਵੀ ਰਾਜ ਰਾਸੋ ਦੀ ਰਚਨਾ ਕੀਤੀ ਹੈ। ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ। ਪ੍ਰਿਥਵੀ ਰਾਜ ਰਾਸੋ ਇੱਕ ਰਚਨਾ ਹੈ, ਇੱਕ ਬੁੱਕ, ਆਪਾਂ ਇੱਕ ਗ੍ਰੰਥ ਕਹਿ ਸਕਦੇ ਹਾਂ। ਉਸ ਦੀ ਰਚਨਾ ਕਰਨ ਵਾਲਾ ਹੈਗਾ ਜੀ ਚੰਦ ਬਰਦਾਈ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਅਗਲਾ ਪ੍ਰਸ਼ਨ ਹੈ, ਦਿਲਵਾੜਾ ਮੰਦਿਰ ਕਿੱਥੇ ਸਥਿਤ ਹੈ? A ਸ਼ਰਵਣ ਬੇਲਗੋਲਾ, B ਪਾਰਸਨਾਥ ਪਰਬਤ, C ਇੰਦੌਰ, D ਆਬੂ ਪਰਬਤ। ਸਹੀ ਉੱਤਰ ਹੈ ਜੀ ਆਪਸ਼ਨ D ਆਬੂ ਪਰਬਤ। ਜਿਹੜਾ ਹੈਗਾ ਦਿਲਵਾੜਾ ਮੰਦਿਰ ਉਹ ਆਬੂ ਪਰਬਤ 'ਤੇ ਸਥਿਤ ਹੈ। ਅਗਲਾ ਪ੍ਰਸ਼ਨ ਹੈ ਜੀ, ਖੁਜਰਾਹੋ ਦੇ ਮੰਦਿਰ ਦਾ ਨਿਰਮਾਣ ਕਿਸ ਨੇ ਕਰਵਾਇਆ? A ਚੰਦਰਗੁਪਤ ਨੇ, B ਬੰਦੇਲਾ ਰਾਜਪੂਤ ਨੇ, C ਚੰਦੇਲ ਰਾਜਪੂਤ ਨੇ, D ਹੋਲਕਰ ਨੇ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ C ਚੰਦੇਲ ਰਾਜਪੂਤ ਨੇ ਜਿਹੜਾ ਹੈਗਾ ਖਜਰਾਹੋ ਦਾ ਮੰਦਿਰ ਉਸ ਨੂੰ ਬਣਵਾਇਆ, ਉਸ ਦਾ ਨਿਰਮਾਣ ਕਰਵਾਇਆ। ਅਗਲਾ ਪ੍ਰਸ਼ਨ ਹੈ ਜੀ, ਵਿਜੇ ਸਤੰਭ ਕਿੱਥੇ ਸਥਿਤ ਹੈ? A ਚਿਤੌੜਗੜ੍ਹ, B ਝਾਂਸੀ, C ਦਿੱਲੀ, D ਸੀਕਰੀ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ A ਚਿਤੌੜਗੜ੍ਹ ਦੇ ਵਿੱਚ ਸਥਿਤ ਹੈ ਜੀ ਵਿਜੇ ਸਤੰਭ। ਅਗਲਾ ਪ੍ਰਸ਼ਨ ਹੈ ਜੀ, ਸੋਮਨਾਥ ਮੰਦਿਰ ਉੱਤੇ 1025 ਈਸਵੀ ਵਿੱਚ ਗਜਨਵੀ ਨੇ ਹਮਲਾ ਕੀਤਾ ਤਾਂ ਉਸ ਸਮੇਂ ਗੁਜਰਾਤ ਦਾ ਸ਼ਾਸਕ ਕੌਣ ਸੀ? A ਭੀਮਦੇਵ II ਜਾਂ ਦੂਜਾ, B ਭੀਮਦੇਵ ਪਹਿਲਾ, C ਮੂਲ ਰਾਜ, D ਮੇਰਕੁਲ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ B ਭੀਮਦੇਵ ਪਹਿਲਾ ਸੀਗਾ ਗੁਜਰਾਤ ਦਾ ਸ਼ਾਸਕ, ਜਿਸ ਨੇ ਜਦੋਂ ਸੋਮਨਾਥ ਤੇ ਮੰਦਿਰ 'ਤੇ ਹਮਲਾ ਹੁੰਦਾ ਹੈ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਭਾਰਤ 'ਤੇ ਪਹਿਲਾ ਹਮਲਾਵਰ ਸੀ, ਭਾਰਤ 'ਤੇ ਸਭ ਤੋਂ ਪਹਿਲਾ ਹਮਲਾਵਰ ਕੌਣ ਸੀ? ਭਾਵ A ਕੁਤਬਦੀਨ ਐਬਕ, B ਮਹਿਮੂਦ ਗਜ਼ਨੀ, C ਮੁਹੰਮਦ ਬਿਨ ਕਾਸਮ, D ਮੁਹੰਮਦ ਗੌਰੀ। ਸਹੀ ਉੱਤਰ ਹੈ ਜੀ
ਆਪਸ਼ਨ ਸੀ ਮੁਹੰਮਦ ਬਿਨ ਕਾਸਮ ਹੈ ਜਿਹੜਾ ਸਭ ਤੋਂ ਪਹਿਲਾ ਹਮਲਾਵਰ ਹੈ ਭਾਰਤ ਤੇ ਜਿਹੜਾ ਹਮਲਾ ਕਰਦਾ ਹੈ। ਅਗਲਾ ਪ੍ਰਸ਼ਨ ਹੈ ਜੀ ਜਗਨਨਾਥ ਮੰਦਿਰ ਕਿਸ ਰਾਜ ਵਿੱਚ ਸਥਿਤ ਹੈ? ਏ ਬੰਗਾਲ, ਬੀ ਬਿਹਾਰ, ਸੀ ਉੜੀਸਾ, ਡੀ ਕੇਰਲਾ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਉੜੀਸਾ। ਜਗਨਨਾਥ ਮੰਦਿਰ ਹੈ ਜਿਹੜਾ ਉਹ ਉੜੀਸਾ ਦੇ ਵਿੱਚ ਸਥਿਤ ਹੈ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਕਿਹੜੇ ਨਾਟਕ ਦੀਆਂ ਕੁੱਲ ਸਤਰਾਂ 2.5 ਦਿਨ ਕਾ ਝੋਪੜਾ ਜਾਂ 2.5 ਦਿਨ ਕਾ ਝੋਪੜਾ ਮਸਜਿਦ ਉੱਪਰ ਅੰਕਿਤ ਹਨ? ਕੋਈ ਨਾਟਕ ਹੈ ਉਹਦੀਆਂ ਸਤਰਾਂ 2.5 ਦਿਨ ਕਾ ਝੋਂਪੜਾ ਜਿਹੜੀ ਮਸਜਿਦ ਆ ਉੱਤੇ ਅੰਕਿਤ ਹੈ ਉਹ ਕਿਹੜਾ ਹੈ? ਆਪਸ਼ਨ ਏ ਹੈ ਜੀ ਹਰੀਕੇਲ, ਬੀ ਹੈ ਨਾਗਾਨੰਦ, ਸੀ ਹੈ ਮਾਲਤੀ ਮਾਧਵ, ਡੀ ਹੈ ਅਰਸ਼ਸਤਰ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ ਏ ਹਰੀਕੇਲ ਹੈ ਜਿਹੜਾ ਨਾਟਕ, ਉਸ ਦੀਆਂ ਜਿਹੜੀਆਂ ਸਤਰਾਂ ਉਹ 2.5 ਦਿਨ ਕਾ ਝੋਪੜਾ ਮਸਜਿਦ ਉੱਪਰ ਅੰਕਿਤ ਹੈ, ਭਾਵ ਉੱਤੇ ਲਿਖੀਆਂ ਹੋਈਆਂ। ਅਗਲਾ ਪ੍ਰਸ਼ਨ ਹੈ ਜੀ ਸਾਡਾ ਬਿਕਰਮਾਸ਼ਿਲਾ ਸਿੱਖਿਆ ਕੇਂਦਰ ਦੇ ਸੰਸਥਾਪਕ ਦਾ ਨਾਮ ਦੱਸੋ? ਏ ਦੇਵਪਾਲ, ਬੀ ਨਾਇਆਪਾਲ, ਸੀ ਧਰਮਪਾਲ, ਡੀ ਨਰਿੰਦਰਪਾਲ। ਸਹੀ ਉੱਤਰ ਹੈ ਜੀ ਆਪਸ਼ਨ ਸੀ ਧਰਮਪਾਲ ਹੈ ਜਿਹੜਾ ਉਸਨੇ ਬਿਕਰਮਾਸ਼ਿਲਾ ਸਿੱਖਿਆ ਕੇਂਦਰ ਹੈ ਜਾਂ ਬਿਕਰਮਾਸ਼ਿਲਾ ਜਿਹੜੀ ਯੂਨੀਵਰਸਿਟੀ ਹੈ ਉਸ ਦੀ ਸਥਾਪਨਾ ਕੀਤੀ ਹੈ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਅਜੇਪਾਲ ਨੇ ਸਥਾਪਨਾ ਕੀਤੀ ਸੀ? ਏ ਅਲਵਰ ਦੀ, ਬੀ ਉਜੈਨ ਦੀ, ਸੀ ਅਜਮੇਰ ਦੀ, ਡੀ ਥਾਨੇਸ਼ਵਰ ਦੀ। ਸਹੀ ਉੱਤਰ ਹੈ ਜੀ ਆਪਸ਼ਨ ਸੀ ਅਜਮੇਰ ਦੀ ਜਿਹੜੀ ਹੈਗੀ ਆ ਸਥਾਪਨਾ ਕਰਦਾ ਅਜੇਪਾਲ। ਅਗਲਾ ਪ੍ਰਸ਼ਨ ਹੈ ਜੀ ਆਪਣੇ ਕੋਲ ਗੀਤ ਗੋਬਿੰਦ ਕਿਸ ਨੇ ਲਿਖੀ? ਏ ਫਿਰਦੌਸੀ ਨੇ, ਬੀ ਜੈਦੇਵ ਨੇ, ਸੀ ਬ੍ਰਹਮੇਰ ਨੇ, ਡੀ ਕਾਲੀਦਾਸ ਨੇ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੈਦੇਵ ਨੇ ਜਿਹੜਾ ਹੈਗਾ ਗੀਤ ਗੋਬਿੰਦ ਦੀ ਰਚਨਾ ਕੀਤੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਜੈਦੇਵ ਕਿਸ ਦਾ ਰਾਜ ਕਵੀ ਸੀ? ਏ ਧਰਮਪਾਲ, ਬੀ ਲਛਮਣ ਸੇਨ, ਸੀ ਦੇਵਪਾਲ, ਡੀ ਵਿਜੇ ਸੇਨ। ਸਹੀ ਉੱਤਰ ਹੈ ਜੀ ਆਪਸ਼ਨ ਬੀ ਲਛਮਣ ਸੇਨ ਹੈ ਜਿਹੜਾ ਰਾਜਾ ਉਸ ਦਾ ਕਵੀ ਸੀ। ਜੈਦੇਵ ਜਿਹੜਾ ਹੈਗਾ ਕਵੀ ਹੈ ਜਿਸ ਨੇ ਗੀਤ ਗੋਬਿੰਦ ਦੀ ਰਚਨਾ ਕੀਤੀ ਆ ਉਹ ਲਛਮਣ ਸੇਨ ਦਾ ਰਾਜ ਕਵੀ ਸੀਗਾ ਜੀ। ਅਗਲਾ ਪ੍ਰਸ਼ਨ ਹੈ ਜੀ ਚੰਦਾਵਰ ਦਾ ਯੁੱਧ ਕਿਹਨਾਂ ਵਿਚਕਾਰ ਹੋਇਆ? ਏ ਪ੍ਰਿਥਵੀ ਰਾਜ ਅਤੇ ਚੰਦਰਦੇਵ, ਬੀ ਜੈਚੰਦਰ ਅਤੇ ਮੁਹੰਮਦ ਗੌਰੀ, ਸੀ ਭੀਮਦੇਵ ਅਤੇ ਮੁਹੰਮਦ ਗੌਰੀ, ਡੀ ਚੰਦਰਸੇਨ ਅਤੇ ਪ੍ਰਿਥਵੀ ਰਾਜ। ਸਹੀ ਉੱਤਰ ਹੈ ਜੀ ਆਪਸ਼ਨ ਬੀ ਜੈਚੰਦਰ ਅਤੇ ਮੁਹੰਮਦ ਗੌਰੀ ਦੇ ਵਿਚਕਾਰ ਜਿਹੜਾ ਚੰਦਾਵਰ ਦਾ ਯੁੱਧ ਹੁੰਦਾ ਜੀ। ਅਗਲਾ ਪ੍ਰਸ਼ਨ ਹੈ ਜੀ ਤ੍ਰੈਪੱਖੀ ਸੰਘਰਸ਼ ਕਿਸ ਨੇ ਸ਼ੁਰੂ ਕੀਤਾ? ਰੁਦਰਦਮਨ ਨੇ, ਬੀ ਹੈ ਜੀ ਬਤਸਰਾਜ ਨੇ, ਸੀ ਹੈ ਸਾਡੇ ਕੋਲ ਧਰੁਵ ਤੇ ਡੀ ਆਪਸ਼ਨ ਹੈ ਜੀ ਧਰਮਪਾਲ ਨੇ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਵਤਸਰਾਜ ਨੇ ਤ੍ਰੈਪੱਖੀ ਸੰਘਰਸ਼ ਸ਼ੁਰੂ ਕੀਤਾ ਹੈ। ਇਸ ਨੂੰ ਦੱਖਣ ਦਾ ਵੱਡਾ ਯੁੱਧ ਵੀ ਕਿਹਾ ਜਾਂਦਾ, ਦੱਖਣ ਦਾ ਮਹਾਨ ਯੁੱਧ। ਠੀਕ ਹੈ ਜੀ, ਪ੍ਰਾਚੀਨ ਭਾਰਤੀ ਇਤਿਹਾਸ ਵਿੱਚ ਦੱਖਣ ਦਾ ਮਹਾਨ ਯੁੱਧ ਸੀ ਤ੍ਰੈਪੱਖੀ ਸੰਘਰਸ਼। 3 ਵੰਸ਼ਾਂ ਦੇ ਵਿੱਚ ਲੜਿਆ ਜਾਂਦਾ, ਬਹੁਤ ਲੰਬਾ ਚੱਲਦਾ ਤੇ ਲਾਸਟ ਦੇ ਵਿੱਚ ਉਹਦੇ ਵਿੱਚੋਂ ਇੱਕ ਵੰਸ਼ ਜਿੱਤਦਾ ਹੈ। ਉਹਦੇ ਨਾਲ ਰਿਲੇਟਡ ਕੁਐਸਚਨ ਆਪਾਂ ਅੱਗੇ ਕਰਦੇ ਹਾਂ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਤ੍ਰੈਪੱਖੀ ਸੰਘਰਸ਼ ਕਿਹਨਾਂ ਵਿੱਚ ਹੋਇਆ? ਏ ਮਾਲਵਾ ਨਰੇਸ਼ ਦੇਵਗੁਪਤ ਅਤੇ ਪ੍ਰਿਥਵੀ ਰਾਜ, ਬੀ ਪਾਲ ਪ੍ਰਤੀਹਾਰ ਤੇ ਰਾਸ਼ਟਰਕੂਟ, ਸੀ ਗੁੱਜਰ ਚੋਲ ਅਤੇ ਰਾਸ਼ਟਰਕੂਟ, ਡੀ ਮੌਖਰੀ ਨਰੇਸ਼ ਪ੍ਰਿਥਵੀ ਰਾਜ ਅਤੇ ਗੌਰੀ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਪਾਲ ਪ੍ਰਤੀਹਾਰ ਤੇ ਰਾਸ਼ਟਰਕੂਟ। ਪਾਲ ਪ੍ਰਤੀਹਾਰ ਤੇ ਰਾਸ਼ਟਰਕੂਟ ਇਹਨਾਂ ਤਿੰਨਾਂ ਵੰਸ਼ਾਂ ਦੇ ਵਿੱਚ ਤ੍ਰੈਪੱਖੀ ਸੰਘਰਸ਼ ਹੈ ਜਿਹੜਾ ਉਹ ਹੁੰਦਾ ਹੈ ਜਿਹਦੇ ਵਿੱਚ ਲਾਸਟ ਤੇ ਰਾਸ਼ਟਰਕੂਟ ਵਿਜੇਤਾ ਹੁੰਦੇ ਆ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਤ੍ਰੈਪੱਖੀ ਯੁੱਧ ਦਾ ਅੰਤ ਕਿਸ ਨੇ ਕੀਤਾ? ਏ ਪਾਲ, ਬੀ ਪੱਲਵ, ਸੀ ਰਾਸ਼ਟਰਕੂਟ, ਡੀ ਪ੍ਰਤੀਹਾਰ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ ਡੀ ਪ੍ਰਤੀਹਾਰ ਹੈ ਜਿਹੜਾ ਉਹ ਇਸ ਯੁੱਧ ਦਾ ਅੰਤ ਕਰਦੇ ਆ ਜੀ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਪਾਲ ਵੰਸ਼ ਦਾ ਸੰਸਥਾਪਕ ਕੌਣ ਸੀ? ਏ ਗੋਪਾਲ, ਬੀ ਧਰਮਪਾਲ, ਸੀ ਦੇਵਪਾਲ, ਡੀ ਰਾਮਪਾਲ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ ਏ ਗੋਪਾਲ। ਜਿਹੜਾ ਗੋਪਾਲ ਹੈ ਉਹ ਪਾਲ ਵੰਸ਼ ਦਾ ਸੰਸਥਾਪਕ ਸੀਗਾ ਜੀ। ਅਗਲਾ ਪ੍ਰਸ਼ਨ ਲੈਂਦੇ ਆ ਜੀ ਪਾਲ ਵੰਸ਼ ਦੀ ਰਾਜਧਾਨੀ ਕਿਹੜੀ ਸੀ? ਏ ਮੁੰਗੇਰ, ਬੀ ਥਾਨੇਸਰ, ਸੀ ਭੋਜਪੁਰ, ਡੀ ਦਿੱਲੀ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ ਏ ਮੁੰਗੇਰ ਹੈ ਜਿਹੜਾ ਉਹ ਪਾਲ ਵੰਸ਼ ਦੀ ਰਾਜਧਾਨੀ ਹੈ। ਮੁਦਰਾਗਿਰੀ ਵੀ ਕਿਹਾ ਜਾਂਦਾ ਇਸ ਨੂੰ। ਅਗਲਾ ਪ੍ਰਸ਼ਨ ਹੈ ਜੀ ਰਾਸ਼ਟਰਕੂਟ ਵੰਸ਼ ਦਾ ਸੰਸਥਾਪਕ ਕੌਣ ਸੀ? ਏ ਗੋਬਿੰਦ ਤੀਜਾ, ਬੀ ਦੰਤੀ ਦੁਰਗ, ਸੀ ਕ੍ਰਿਸ਼ਨ ਦੂਜਾ। ਤੇ ਸਾਡੇ ਕੋਲ ਸਹੀ ਆਪਸ਼ਨ ਹੈ ਜੀ ਆਪਸ਼ਨ ਬੀ, ਆਪਸ਼ਨ ਡੀ ਹੈ ਜੀ ਇੰਦਰ ਤੀਜਾ। ਸਹੀ ਆਪਸ਼ਨ ਜਿਹੜੀ ਹੈਗੀ ਹੈ ਇਹਦੀ ਆਪਸ਼ਨ ਬੀ ਦੰਤੀ ਦੁਰਗ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਕਲਹਣ ਦੀ ਰਚਨਾ ਰਾਜ ਤਰੰਗਣੀ ਨੇ ਕਿੰਨੇ ਤਰੰਗ ਹਨ? ਕਲਹਣ ਨੇ ਇੱਕ ਰਚਨਾ ਕੀਤੀ ਹੈ ਜਿਸ ਦਾ ਨਾਮ ਰਾਜ ਤਰੰਗਣੀ ਹੈ। ਇਹ ਵੀ ਤੁਹਾਡੇ 2 ਕੁਐਸਚਨ ਕਲੀਅਰ ਹੁੰਦੇ ਆ।
A 8, B 9, C 10, D 11। ਸਹੀ ਉੱਤਰ ਹੈ ਜੀ ਆਪਸ਼ਨ A 8 ਤਰੰਗ ਹੈ ਇਹਦੇ। ਕਲਹਣ ਦੀ ਰਚਨਾ ਰਾਜ ਤਰੰਗਣੀ ਹੈ, ਜਿਹਦੇ ਵਿੱਚ ਸਾਨੂੰ ਖਾਸ ਕਰਕੇ ਜੰਮੂ ਕਸ਼ਮੀਰ ਦਾ ਇਤਿਹਾਸ ਹੈ ਜਿਹੜਾ ਉਹਦੇ ਬਾਰੇ ਪਤਾ ਲੱਗਦਾ ਹੈ। ਅਗਲਾ ਪ੍ਰਸ਼ਨ ਹੈ ਜੀ, ਇਹ ਹੋਲ ਪ੍ਰਸ਼ਸਤੀ ਨਾਂ ਦਾ ਰਚੈਤਾ ਰਵੀ ਕੀਰਤੀ ਕਿਸ ਚਾਲੁਕਿਆ ਸ਼ਾਸਕ ਦਾ ਦਰਬਾਰੀ ਕਵੀ ਸੀ? ਇਹ ਹੋਲ ਪ੍ਰਸ਼ਸਤੀ ਹੈ, ਉਸ ਦੀ ਰਚਨਾ ਕੀਤੀ ਹੈ ਰਵੀ ਕੀਰਤੀ ਨੇ। ਉਹ ਕਿਹੜੇ ਚਾਲੁਕਿਆ ਸ਼ਾਸਕ ਦਾ ਦਰਬਾਰੀ ਕਵੀ ਸੀ? A ਪੁਲਕੇਸ਼ਨ ਪਹਿਲਾ, B ਪੁਲਕੇਸ਼ਨ ਦੂਜਾ, C ਵਿਕਰਮਾਦਿੱਤਿਆ, D ਵਿਕਰਮਾਦਿੱਤਿਆ ਦੂਜਾ। ਸਹੀ ਉੱਤਰ ਹੈ ਜੀ ਆਪਸ਼ਨ B ਪੁਲਕੇਸ਼ਨ ਦੂਜੇ ਦੇ ਜਿਹੜਾ ਹੈਗਾ ਉਹ ਦਰਬਾਰ ਦੇ ਵਿੱਚ ਕਵੀ ਸੀਗਾ ਰਵੀ ਕੀਰਤੀ, ਜਿਸ ਨੇ ਇਹ ਹੋਲ ਪ੍ਰਸ਼ਸਤੀ ਦੀ ਰਚਨਾ ਕੀਤੀ ਹੈ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਚਾਲੁਕਿਆ ਤੇ ਪੱਲਵਾਂ ਵਿੱਚ ਲੰਬੇ ਯੁੱਧ ਨੂੰ ਸ਼ੁਰੂ ਕਰਨ ਵਾਲਾ ਕੌਣ ਸੀ? A ਪੁਲਕੇਸ਼ਨ ਪਹਿਲਾ, B ਪੁਲਕੇਸ਼ਨ ਦੂਜਾ, C ਰਾਜਵਰਧਨ, D ਹੈ ਜੀ ਸਾਡੇ ਕੋਲ ਨਰਸਿੰਘ ਵਰਧਨ। ਸਹੀ ਉੱਤਰ ਹੈ ਜੀ ਆਪਸ਼ਨ B ਪੁਲਕੇਸ਼ਨ ਦੂਜਾ। ਚਾਲੁਕਿਆ ਤੇ ਪੱਲਵਾਂ ਦੇ ਨਾਲ ਲੰਬਾ ਟਾਈਮ ਲਈ ਜਿਹੜਾ ਯੁੱਧ ਕਰਦਾ ਹੈ ਉਹ ਕੌਣ ਹੈ ਜੀ? ਪੁਲਕੇਸ਼ਨ ਦੂਜਾ। ਅੱਗੇ ਹੈ ਜੀ ਸਾਡੇ ਕੋਲ, ਸ਼੍ਰੀਲੰਕਾ ਨੂੰ ਕਿਸ ਚੋਲ ਰਾਜੇ ਨੇ ਜਿੱਤਿਆ? ਇਹ 'ਚ ਪਹਿਲੀ ਆਪਸ਼ਨ ਹੈ ਜੀ ਰਾਜ ਪਹਿਲਾ, ਰਾਜਿੰਦਰ ਪਹਿਲਾ, ਰਾਜਿੰਦਰ ਦੂਜਾ, ਵਿਕਰਮ ਚੋਲ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ B ਰਾਜਿੰਦਰ ਪਹਿਲਾ ਜਿਹੜਾ ਹੈਗਾ ਉਹ ਸ਼੍ਰੀਲੰਕਾ ਨੂੰ ਜਿੱਤਦਾ ਹੈ, ਜਿਹੜਾ ਚੋਲ ਵੰਸ਼ ਦੇ ਨਾਲ ਸੰਬੰਧਿਤ ਹੈ। ਅਗਲਾ ਪ੍ਰਸ਼ਨ ਹੈ, ਪਹਾੜੀ ਕੱਟ ਕੇ ਐਲੋਰਾ ਦੇ ਵਿਸ਼ਾਖਾ ਦੱਤ ਕੈਲਾਸ਼ਨਾਥ ਮੰਦਿਰ ਦਾ ਨਿਰਮਾਣ ਕਿਸ ਨੇ ਕਰਾਇਆ? ਐਲੋਰਾ ਦੇ ਵਿੱਚ ਵਿਸ਼ਾਖਾ ਦੱਤ ਕੈਲਾਸ਼ਨਾਥ ਮੰਦਿਰ ਹੈ, ਉਹ ਪਹਾੜੀ ਕੱਟ ਕੇ ਬਣਾਇਆ ਹੋਇਆ। ਉਸ ਦਾ ਨਿਰਮਾਣ ਪੁੱਛਿਆ ਜੀ ਕਿਸ ਨੇ ਕਰਵਾਇਆ? A ਕਦੰਬ ਨੇ, B ਰਾਸ਼ਟਰਕੂਟ ਨੇ, C ਚੋਲ ਨੇ, D ਚੇਰ ਨੇ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ B ਰਾਸ਼ਟਰਕੂਟ ਨੇ। ਅਗਲਾ ਪ੍ਰਸ਼ਨ ਹੈ ਜੀ ਆਪਣੇ ਕੋਲ, ਚਾਲੁਕਿਆਂ ਦਾ ਸਭ ਤੋਂ ਪ੍ਰਸਿੱਧ ਰਾਜਾ ਕੌਣ ਸੀ? A ਜੈ ਸਿੰਘ, B ਵਿਕਰਮਾਦਿੱਤਿਆ, C ਸੋਮੇਸ਼ਵਰ, D ਪੁਲਕੇਸ਼ਨ ਦੂਜਾ। ਸਹੀ ਉੱਤਰ ਹੈ ਜੀ ਆਪਸ਼ਨ D ਪੁਲਕੇਸ਼ਨ ਦੂਜਾ ਜਿਹੜਾ ਉਹ ਚਾਲੁਕਿਆ ਦਾ ਪ੍ਰਸਿੱਧ ਰਾਜਾ ਸੀ ਸਭ ਤੋਂ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਪਾਂਡਿਆ ਸਾਮਰਾਜ ਦੀ ਰਾਜਧਾਨੀ ਸੀ? A ਕਾਂਚੀ, B ਮਥੁਰਾ, C ਕਵੇਰੀਪਟਨਮ, D ਤਰੂਚੀ। ਸਹੀ ਉੱਤਰ ਹੈ ਜੀ ਆਪਸ਼ਨ B ਮਥੁਰਾ ਪਾਂਡਿਆ ਸਾਮਰਾਜ ਦੀ ਰਾਜਧਾਨੀ ਸੀਗਾ ਜੀ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਰਾਸ਼ਟਰਕੂਟ ਸਾਮਰਾਜ ਦਾ ਸੰਸਥਾਪਕ ਕੌਣ ਸੀ? A ਧਰੁਵਸੇਨ, B ਦਾਂਤੀ ਦੁਰਗ, C ਅਮੋਘ ਵਰਸ਼, D ਗੋਬਿੰਦ ਤੀਜਾ। ਸਹੀ ਉੱਤਰ ਹੈ ਆਪਸ਼ਨ B ਦਾਂਤੀ ਦੁਰਗ ਹੈ ਜਿਹੜਾ ਉਹ ਰਾਸ਼ਟਰਕੂਟ ਸਾਮਰਾਜ ਦਾ ਸੰਸਥਾਪਕ ਸੀਗਾ ਜੀ। ਅਗਲਾ ਪ੍ਰਸ਼ਨ, ਕਿਸ ਰਾਜਵੰਸ਼ ਨੇ ਸ਼੍ਰੀਲੰਕਾ ਅਤੇ ਦੱਖਣ ਪੂਰਬ ਏਸ਼ੀਆ ਨੂੰ ਜਿੱਤਿਆ? A ਪਾਂਡਿਆ, B ਚਾਲੁਕਿਆ, C ਚੋਲ, D ਰਾਸ਼ਟਰਕੂਟ। ਤਾਂ ਸਹੀ ਆਨਸਰ ਹੈ ਜੀ ਸਾਡਾ ਆਪਸ਼ਨ C ਚੋਲ ਜਿਹੜਾ ਰਾਜਵੰਸ਼ ਹੈ ਉਸ ਨੇ ਸ਼੍ਰੀਲੰਕਾ ਦੇ ਅਤੇ ਦੱਖਣ ਪੂਰਬ ਏਸ਼ੀਆ ਨੂੰ ਜਿੱਤਿਆ ਹੈਗਾ। ਅਗਲਾ ਪ੍ਰਸ਼ਨ ਹੈ ਜੀ, ਵਿਰੂਪਾਕਸ਼ ਮੰਦਿਰ ਦਾ ਨਿਰਮਾਣ ਕਿਸ ਨੇ ਕਰਵਾਇਆ? A ਪੱਲਵਾਂ ਨੇ, B ਚਾਲੁਕਿਆਂ ਨੇ, C ਸਤਵਾਹਨਾਂ ਨੇ, D ਵਾਕਾਟਕ ਵੰਸ਼ ਨੇ। ਸਹੀ ਉੱਤਰ ਹੈ ਆਪਸ਼ਨ B ਚਾਲੁਕਿਆਂ ਨੇ ਜਿਹੜਾ ਹੈਗਾ ਵਿਰੂਪਾਕਸ਼ ਮੰਦਿਰ ਦਾ ਨਿਰਮਾਣ ਕਰਵਾਇਆ। ਅਗਲਾ ਪ੍ਰਸ਼ਨ ਹੈ ਜੀ, ਪੱਲਵਾਂ ਦਾ ਰੱਥ ਕਿਸ ਸਥਾਨ ਤੋਂ ਮਿਲਿਆ ਹੈ? A ਕਾਂਚੀਪੁਰਮ ਤੋਂ, B ਮਹਾਬਲੀਪੁਰਮ ਤੋਂ, C ਕਵੇਰੀਪਟਨਮ ਤੋਂ, D ਆਗਰਾ ਤੋਂ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ B ਮਹਾਬਲੀਪੁਰਮ ਤੋਂ ਜਿਹੜਾ ਹੈਗਾ ਪੱਲਵਾਂ ਦੇ ਨਾਲ ਸੰਬੰਧਿਤ ਰੱਥ ਮਿਲਿਆ ਇਤਿਹਾਸਕਾਰਾਂ ਨੂੰ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਹੋਏਸਲ ਦੀ ਰਾਜਧਾਨੀ ਸੀ? ਹੋਏਸਲ ਦੀ ਰਾਜਧਾਨੀ ਕਿਹੜੀ ਸੀਗੀ ਜੀ? A ਕਾਂਚੀ, B ਮਥੁਰਾ, C ਦਵਾਰ ਸਮੁੰਦਰ, D ਕ੍ਰਿਸ਼ਨਾਗਿਰੀ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ C ਦਵਾਰ ਸਮੁੰਦਰ ਹੈ ਜਿਹੜੀ ਉਹ ਹੋਏਸਲ ਦੀ ਰਾਜਧਾਨੀ ਆ, ਹੋਏਸਲਾਂ ਦੀ ਰਾਜਧਾਨੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਜਾਦਵਾਂ ਦੀ ਰਾਜਧਾਨੀ ਸੀ? A ਦਵਾਰ ਸਮੁੰਦਰ, B ਦੇਵਗਿਰੀ, C ਬਰੰਗਲ, D ਕਲਿਆਣੀ। ਸਹੀ ਉੱਤਰ ਹੈ ਜੀ ਸਾਡੇ ਕੋਲ ਆਪਸ਼ਨ B ਦੇਵਗਿਰੀ ਹੈ ਜਿਹੜੀ ਉਹ ਜਾਦਵਾਂ ਦੀ ਰਾਜਧਾਨੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਚੋਲ ਸ਼ਾਸਕਾਂ ਨੇ ਕਿਸ ਧਰਮ ਨੂੰ ਪ੍ਰੋਤਸਾਹਨ ਕੀਤਾ? A ਜੈਨ ਧਰਮ, B ਸ਼ੈਵ ਧਰਮ, C ਬੁੱਧ ਧਰਮ, D ਵੈਸ਼ਨਵ ਧਰਮ। ਸਹੀ ਉੱਤਰ ਹੈ ਜੀ ਆਪਸ਼ਨ B ਸ਼ੈਵ ਧਰਮ ਨੂੰ ਜਿਹੜੇ ਹੈਗੇ ਚੋਲ ਸ਼ਾਸਕ ਉਹ ਪ੍ਰੋਤਸਾਹਨ ਕਰਦੇ ਆ, ਉਹਨੂੰ ਸੰਰਕਸ਼ਣ ਦਿੰਦੇ ਆ, ਉਹਨੂੰ ਵਧਾਉਂਦੇ ਆ, ਭਾਵ ਉਹਨੂੰ ਸਪੋਰਟ ਕਰਦੇ ਆ ਉਹ ਸ਼ੈਵ ਧਰਮ ਨੂੰ। ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ, ਮਤ ਬਿਲਾਸ ਪ੍ਰਹਸਨ ਨਾਟਕ ਕਿਸ ਨੇ ਲਿਖਿਆ? A ਮਹਿੰਦਰ ਵਰਮਨ ਦੂਜੇ ਨੇ, B ਮਹਿੰਦਰ ਵਰਮਨ ਪਹਿਲੇ ਨੇ, C ਨਰਸਿੰਘ ਵਰਮਨ ਨੇ, D ਰਜਿੰਦਰ ਪਹਿਲੇ ਨੇ। ਸਹੀ ਉੱਤਰ ਹੈ ਜੀ ਆਪਸ਼ਨ B ਮਹਿੰਦਰ ਵਰਮਨ ਪਹਿਲੇ ਨੇ ਜਿਹੜਾ ਹੈਗਾ ਮਤ ਬਿਲਾਸ ਪ੍ਰਹਸਨ ਨਾਟਕ ਦੀ ਰਚਨਾ ਕੀਤੀ ਹੈ।
अगला प्रश्न है जी साडा, पल्लवां दी राज भाषा सी संस्कृत, बी हिंदी, सी तमिल, डी प्रकृत। सही उत्तर है जी ऑप्शन ए संस्कृत जिहड़ी हैगी है पल्लवां दी राज भाषा है, स्टेट लैंग्वेज है पल्लव्स दी संस्कृत। अगला प्रश्न है जी साडे कोल, एलोरा गुफावां का निर्माण किसने करवाया? ए पल्लवां ने, बी चोलों ने, सी राष्ट्रकूटा ने, डी पाल वंश ने। सही उत्तर है जी ऑप्शन सी राष्ट्रकूटा ने जिहड़ा हैगा एलोरा गुफावां का निर्माण करवाया जी। अगला प्रश्न है जी, चोल साम्राज्य का संस्थापक कौन सी? ए विजयजाल्या, बी आदित्य पहला, सी राजा राज, डी राजेंद्र पहला। सही उत्तर है जी साडे कोल ऑप्शन ए विजयजाल्या जिहड़ा हैगा चोल साम्राज्य का संस्थापक है जी। अगला प्रश्न है जी, चोल काल विच सोने के सिक्किਆਂ ਨੂੰ ਕੀ ਕਹਿੰਦੇ ਹਨ? ए कलंजू, बी काछू, सी रूपक, डी दिनार। सही उत्तर है जी साडे कोल ऑप्शन ए जिहड़ा हैगा कलंजू कहा जाता है सोने के सिक्किਆਂ ਨੂੰ चोल काल दे विच चोलों के समय। अगला प्रश्न है जी, चालुक्य विक्रम संवत किसने शुरू किया? ए तैलप दूजे ने, बी सोमेश्वर ने, सी विक्रमादित्य छेवें ने, डी सोमेश्वर चौथे ने। सही उत्तर है जी ऑप्शन सी विक्रमादित्य छेवें ने जिहड़ा हैगा चालुक्य विक्रम संवत शुरू किया है। इनू आपां कह सकते हैं कि इन्हां दा कैलेंडर आपदा, ठीक है जी, विक्रम संवत है जिहड़ा विक्रमी कैलेंडर आपदा चालुक्य वंश ने जिहड़ा शुरू किया है वो विक्रमादित्य छेवां सीगा जिसने शुरू किया। अगला प्रश्न है जी, विक्रमाचरित का लेखक बिलहन अते मिताक्षरा का रचयिता विज्ञानेश्वर किस शासक के दरबारी सन? इत्थों पहला दो क्वेश्चन तो तुहाडे क्लीयर हुंदे कि विक्रमाचरिता जिहड़ा वो किसने लिखिया? वो बिलहन ने लिखिया, तो मिताक्षरा किसने लिखिया? विज्ञानेश्वर ने, ठीक है जी। तो ये दोनों किहदे दरबारी सीगे? ऑप्शन ए तैलप दूजे दे, बी सोमेश्वर पहले दे, सी विक्रमादित्य छेवें दे, डी सोमेश्वर चौथे दे। तो सही उत्तर है जी ऑप्शन सी विक्रमादित्य छेवें दे जिहड़े दरबारी सीगे ये कौन? बिलहन ते विज्ञानेश्वर। बिलहन कौन सीगा जी? जिसने विक्रमाचरित लिखी है, ते विज्ञानेश्वर कौन सीगा जी? जिसने मिताक्षरा लिखी है, ठीक है जी। किहदे कवि सी ये? विक्रमादित्य छेवें दे। अगला प्रश्न है जी साडा, 12वीं सदी के राष्ट्रकूटा नाल संबंधित 5 शिलालेख किस राज तो मिले हैं? ए तमिलनाडु तो, बी करनाटक तो, सी केरल तो, डी महाराष्ट्र तो। सही उत्तर है जी साडे कोल ऑप्शन बी करनाटक तो। 12वीं सदी के जिहड़े राष्ट्रकूटा नाल संबंधित 5 शिलालेख मिले है पुरातत्व विभाग नूं, आर्कोलॉजिकल डिपार्टमेंट ऑफ इंडिया नूं, वो की है जी? वो सानू करनाटक तो मिले है। 5 शिलालेख है जिहड़े इहदे नाल रिलेटेड है 12वीं सदी के। थैंक्स फॉर वाचिंग। साडा WhatsApp कॉन्टैक्ट नंबर है जी 9056627603। प्लीज़ लाइक शेयर एंड सबसक्राइब GNDS अकैडमी यूट्यूब चैनल। डिस्क्रिप्शन दे विच साडा फेसबुक पेज का लिंक दिता होया है ते जिहड़ा हैगा टैलीग्राम का लिंक दिता होया, तुसीं उन्हां नूं ज्वाइन करके साडे तो स्टडी मटीरियल प्राप्त कर सकते हो। WhatsApp ते भी तुसीं सानूं मैसेज कर सकते हो जी इस नंबर ते। ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ।